हाँ जी, सत श्री अकाल विद्यार्थी सज्जनों, नमस्ते, गुड आफ्टरनून, अस्सलाम वालेकुम। अज आपां कुछ गल्लां जिहड़े सी आपां धुनी बोध दे सीगे, खंडी जिहड़ियां धुनियां सीगियां ओह कीतियां सीगियां, उहदे विच रह गईयां सन। उन्हां बारे आपां जिहड़ा सी पंजाबी वरनमाला कीती सीगे, ऊड़े तो लैके लल्ले पैर बिंदी ताईं, ते जिहड़ियां स्वर ते व्यंजन धुनियां बारे होर जिहड़ी अगली जानकारी साझी करांगे। सब तो पहलां आपां की देखांगे, जिहड़ियां कि डकवें व्यंजन किहड़े ने। सीधी जी गल है, ਜਿਹੜੇ व्यंजनां दे उचारण वेले साडे मूँह दे विचों जिहड़ी आ हवा यकदम रुक के बाहर निकले, वो डकवें व्यंजन हुंदे ने। इत्थे लिख भी देना। नोट करियो। हुण आपां देखदे हां है किहड़े, उन्हां नूं जिहड़ा सी जानन दा तरीका बिल्कुल ही सौखा। सब तो पहलां अपनी वर्णमाला लिख लो। ईड़ी सस्सा हा हा, कक्का खक्खा गग्गा गग्गा चच्चा छिच्छा जज्जा जज्जा इयां टैंका ठट्ठा डड्डा डड्डा नाना तत्ता थत्था दद्दा दद्दा नन्ना पप्पा पप्पा बब्बा पप्पा मम्मा यया रारा ला रारा। सिर्फ यह 35 अखर लिख लो। आपां नूं पता गल की हो रही है, व्यंजनां दी हो रही है। इसलिए की है, इहदे विच अपने आह स्वर नहीं आउणगे। डकवें व्यंजनां की गिणती कुल 15 है। आई समझ? हुण आपां देखना कि इन्हां दी जिहड़ी गिणती है ओह 15 किवें पूरी हुंदी है। कक्का खक्खा गग्गा, इत्थों लै लो इसनूं। यह कुल जिहड़े आ 15 1 2 3 4 5 6 7 8 9 10 11 12 13 14 15 जिहड़े यह डकवें व्यंजन ने। ये नोट कर लियो। हुण इस दे बाबत अगली जिहड़ी गल तुहानूं दसनी सी,
ਸਾਡੀ ਜਿਹੜੀ ਹੈਗੀ ਪੰਜਾਬੀ ਭਾਸ਼ਾ ਦੇ ਵਿੱਚ ਅਰਬੀ ਫਾਰਸੀ ਦੇ ਸ਼ਬਦਾਂ ਦਾ ਅਥਾਹ ਭੰਡਾਰ ਹੈਗਾ। ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਉਹ ਇਸ ਗੱਲ ਦੇ ਵਿੱਚ ਕੀ ਹੋ ਜਾਂਦੇ ਆ, ਯੱਕੋ ਤੱਕੀ 'ਚ ਪੈ ਜਾਂਦੇ ਆ ਕਿ ਕਿਹੜੇ ਸ਼ਬਦ ਫਾਰਸੀ ਦੇ ਨੇ ਤੇ ਕਿਹੜੇ ਫਾਰਸੀ ਦੇ ਨਹੀਂ ਗੇ। ਉਹਨਾਂ ਸ਼ਬਦਾਂ ਨੂੰ ਦੇਖਣ ਦੇ ਲਈ ਕਈ ਵਾਰ ਸਾਨੂੰ ਉਸ ਸ਼ਬਦ ਦਾ ਜਿਹੜਾ ਮਤਲਬ ਆ ਨਹੀਂ ਪਤਾ ਹੁੰਦਾ, ਅਸੀਂ ਉਸ ਨੂੰ ਇਹ ਸਮਝ ਕੇ ਛੱਡ ਦਿੰਦੇ ਹਾਂ ਕਿ ਬਈ ਇਹ ਤਾਂ ਆਪਣਾ ਫਾਰਸੀ ਦਾ ਸ਼ਬਦ ਹੋਊਗਾ ਜਾਂ ਅਰਬੀ ਦਾ ਹੋਊਗਾ, ਕਿਉਂ ਅੰਗਰੇਜ਼ੀ ਦਾ ਤਾਂ ਹੁੰਦਾ ਨਹੀਂ, ਹਿੰਦੀ ਦਾ ਵੀ ਨਹੀਂ ਹੁੰਦਾ। ਹੁਣ ਉਸ ਦੇ ਬਾਬਤ ਇੱਕ ਤੁਹਾਨੂੰ ਮੈਂ ਇੱਥੇ ਥੋੜ੍ਹਾ ਆਹ ਚਾਰਟ ਬਣਾ ਰਹੇ ਹਾਂ ਆਪਾਂ। ਜਿਸ ਸ਼ਬਦ ਦੇ ਵਿੱਚ ਇਸ ਚਾਰਟ ਦੇ ਵਿੱਚ ਆਏ ਹੋਏ ਜਿਹੜੇ ਅੱਖਰ ਆ ਗਏ ਉਹ ਆ ਜਾਣ, ਉਹ ਸ਼ਬਦ ਕਦੇ ਵੀ ਤਤਸਮ ਰੂਪ ਦੇ ਵਿੱਚ ਕੀ ਹੁੰਦਾ, ਫਾਰਸੀ ਦਾ ਨਹੀਂ ਹੁੰਦਾ। ਅਤੇ ਜ਼ਿਆਦਾਤਰ ਜਿਹੜੇ ਫਾਰਸੀ ਦੇ ਜਿਹੜੇ ਸ਼ਬਦ ਆ ਗਏ ਉਹ ਪੰਜਾਬੀ ਦੇ ਵਿੱਚ ਤਤਸਮ ਰੂਪ ਦੇ ਵਿੱਚ ਹੀ ਨੇ। ਦੇਖ ਲਿਓ, ਕਿਉਂਕਿ ਆਪਾਂ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ ਨਹੀਂ ਲਿਖਦੇ, ਕਿਉਂਕਿ ਉਹ ਪਹਿਲਾਂ ਹੀ ਪਤਾ ਹੈਗਾ ਕਿ ਉਹ ਫਾਰਸੀ ਦੀਆਂ ਧੁਨੀਆਂ ਨੇ। ਲੱਲੇ ਪੈਰ ਬਿੰਦੀ ਤੁਹਾਨੂੰ ਦੱਸ ਦਿੱਤਾ ਸੀ ਕਿ ਉਹ ਮੂਲ ਪੰਜਾਬੀ ਦੀ ਹੀ ਧੁਨੀਆਂ ਉਹ ਆਪਾਂ ਲਿਖ ਲਾਂਗੇ। ਆਪਾਂ ਆਹ ਜਿਹੜੀਆਂ 36 ਧੁਨੀਆਂ ਇਹ ਕਿਹੜੀਆਂ ਲਿਖ ਲਈਆਂ, ਮੂਲ ਪੰਜਾਬੀ ਦੀਆਂ ਲਿਖ ਲਈਆਂ। ਇੱਥੋਂ ਸ਼ੁਰੂ ਹੋ ਜਾਓ, ਘੱਗਾ, ਅਈਆਂ ਆ ਗਿਆ, ਅਈਆਂ, ਅਈਆਂ, ਨਾਣਾ, ਧੱਦਾ, ਭੱਬਾ, ੜਾੜਾ, ਆ ਜਿਹੜੇ ਇਸ ਜਿਹੜੀ ਸੀ ਲਾਈਨ ਦੇ ਵਿੱਚ ਅੱਖਰ ਆ ਗਏ ਨਾ, ਇਹ ਅੱਖਰ ਕਿਸੇ ਵੀ ਸ਼ਬਦ ਦੇ ਵਿੱਚ ਪ੍ਰਯੋਗ ਹੋਣ, ਉਹ ਸ਼ਬਦ ਕਦੇ ਵੀ ਅਰਬੀ ਤੇ ਫਾਰਸੀ ਦਾ ਸ਼ਬਦ ਨਹੀਂ ਹੋਊਗਾ। ਨਾ ਤਾਂ ਇਕੱਲਾ ਖੱਖਾ ਗਾ, ਇਹ ਕਿਉਂਕਿ ਹੁੰਦਾ ਕਿਉਂ ਨਹੀਂ ਗਾ, ਕਿਉਂਕਿ ਨਾ ਟੈਂਕੇ ਦੀ ਉਲਟ ਜੀ ਵੀ ਧੁਨੀ ਆ, ਇਹ ਫਾਰਸੀ ਦੇ ਵਿੱਚ ਇਸ ਧੁਨੀ ਦੀ ਹੋਂਦ ਹੀ ਹੈ ਨਹੀਂ। ਅੱਜ ਵੀ ਜਿੱਥੋਂ ਤਾਈਂ ਮੈਂ ਸਹੀ ਹੋਵਾਂ, ਫਾਰਸੀ ਵਾਲੇ ਡਾਕਟਰ ਨੂੰ ਡਾਕਟਰ ਲਿਖਦੇ ਨੇ, ਡੱਡੇ ਦੀ ਧੁਨੀ ਉਹਦੇ ਵਿੱਚ ਮੌਜੂਦ ਹੈ ਨਹੀਂ ਫਾਰਸੀ ਦੀ। ਕਿਉਂ ਨਹੀਂ ਗੀ ਬਈ, ਉਹ ਕੀ ਆਪਣੇ ਉਸ ਭਾਸ਼ਾ ਦੀ ਬਣਤਰ ਆ। ਅਤੇ ਇਹ ਜਿਹੜੀਆਂ ਧੁਨੀਆਂ ਗੀਆਂ, ਕਿਉਂਕਿ ਫਾਰਸੀ ਜਿਹੜੀ ਸੀ ਉਰਦੂ ਭਾਸ਼ਾ ਦੀ ਜ਼ੁਬਾਨ ਆ ਗਈ, ਉਹਦੇ ਵਿੱਚ ਕੀ ਆ ਗਾ ਕਿ ਆਪਣੀਆਂ ਇੱਥੋਂ ਦੀਆਂ ਭਾਰਤੀ ਜਿਹੜੀਆਂ ਭਾਸ਼ਾਵਾਂ ਗੀਆਂ ਜਾਂ ਜਿਹੜੀਆਂ ਸੀ ਪੰਜਾਬੀ ਵਰਗੀਆਂ ਸਥਾਨਕ ਲਿਪੀਆਂ ਉਹ ਸ਼ਾਮਲ ਹੋਈਆਂ। ਇਹ ਜਿਵੇਂ ਕਿ ਆਪਾਂ ਦੇਖਦੇ ਹਾਂ ਪੰਜਾਬੀ ਦੇ ਵਿੱਚ ਕੀ ਹੈ, ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਆ। ਉਵੇਂ ਹੀ ਇਹਨਾਂ ਧੁਨੀਆਂ ਦੇ ਉਚਾਰਨ ਦੇ ਲਈ ਜਦੋਂ ਉਰਦੂ ਜ਼ੁਬਾਨ ਬਣੀ, ਇਹਨਾਂ ਧੁਨੀਆਂ ਨੂੰ ਲਿਆਉਣ ਦੇ ਲਈ ਉਵੇਂ ਹੀ ਉਹਨਾਂ ਨੇ ਉਰਦੂ ਦੇ ਵਿੱਚ ਜਿਹੜੀ ਫਾਰਸੀ ਲਿਪੀ ਸੀ ਉਹਦਾ ਵਿਕਾਸ ਕਰਕੇ ਜਿਹੜੀ ਸ਼ਾਹਮੁਖੀ ਜਿਹੜੀ ਲਿਪੀ ਬਣਾਈ ਗਈ। ਇਹਨਾਂ ਦਾ ਜਿਹੜਾ ਸੀ ਬਣਾਉਣ ਦੇ ਲਈ, ਇਹਨਾਂ ਧੁਨੀਆਂ ਦੇ ਉਚਾਰਨ ਦੇ ਲਈ ਨਵੇਂ ਅੱਖਰ ਬਣਾਏ ਗਏ ਹੈਗੇ। ਉਹ ਕੀ ਆ, ਜਿਸ ਨੂੰ ਆਪਾਂ ਸ਼ੀ ਹਰਫੀ ਕਹਿੰਦੇ ਆ। ਹਰਫ ਜਿਹੜਾ ਸੀਗਾ ਅੱਖਰਾਂ ਨੂੰ ਕਿਹਾ ਜਾਂਦਾ, ਆਊਗਾ ਜ਼ਿਕਰ ਆਊਗਾ। ਸ਼ੀ ਹਰਫੀ ਤੋਂ ਕੀ ਭਾਵ ਆ, 30 ਅੱਖਰਾਂ ਵਾਲੀ। ਫਾਰਸੀ ਜ਼ੁਬਾਨ ਦੇ ਜਿਹੜੇ ਸੀ ਅਰਬੀ ਦੇ ਆ ਗਏ, ਉਹਦੇ 30 ਹੀ ਅੱਖਰ ਨੇ। 30 ਅੱਖਰਾਂ ਵਿੱਚ ਆਹ ਜਿਹੜੀਆਂ ਧੁਨੀਆਂ ਨਹੀਂ, ਤੁਹਾਨੂੰ ਪਹਿਲੇ ਲੈਕਚਰ, ਜੇਕਰ ਆਹ ਧੁਨੀਆਂ ਹੈ ਨਹੀਂ ਗੀਆਂ ਤਾਂ ਫਿਰ ਕੁਦਰਤੀ ਗੱਲ ਆ ਵੀ ਇਹ ਜੇ ਉਸ ਭਾਸ਼ਾ ਦੇ ਜਿਹੜੇ ਸ਼ਬਦ ਆ
ਤਾਂ ਉਹਨਾਂ ਵਿੱਚ ਇਹਨਾਂ ਅੱਖਰਾਂ ਦਾ ਪ੍ਰਯੋਗ ਹੀ ਨਹੀਂ ਹੋਇਆ ਜਾਊਗਾ। ਆਪਾਂ ਇੱਥੇ ਇੱਕ ਉਦਾਹਰਨ ਲੈ ਲੈਂਦੇ ਹਾਂ। ਆਪਾਂ ਦੇਖ ਸਕਦੇ ਹਾਂ ਕਿ ਜਿਵੇਂ ਚੱਚੇ ਤੇ ਲਾ ਲਓ ਚਟਨੀ। ਚੱਚਾ ਜਿਹੜਾ ਸ਼ਬਦ ਹੀ ਹੈ ਨਹੀਂ ਗਾ, ਆਪਾਂ ਇਸ ਨੂੰ ਚਟਨੀ ਨੂੰ ਕੀ ਨਹੀਂ ਮੰਨ ਸਕਦੇਗੇ, ਫਾਰਸੀ ਦਾ ਸ਼ਬਦ ਨਹੀਂ ਮੰਨ ਸਕਦੇਗੇ। ਸੌਰੀ ਬਈ, ਮਾਫੀ ਚਾਹੁੰਦਾ, ਚੱਚਾ ਸ਼ਬਦ ਹੈ, ਛੱਛਾ ਹੈ ਨਹੀਂ ਗਾ। ਛਤਰੀ ਲਾ ਲਓ, ਛਤਰੀ ਸ਼ਬਦ ਆਪਾਂ ਕੀ ਨਹੀਂ ਮੰਨ ਸਕਦੇ, ਫਾਰਸੀ ਦਾ ਨਹੀਂ ਮੰਨ ਸਕਦੇ। ਆਪਾਂ ਝੱਜੇ ਤੇ ਲਾ ਲਓ, ਝੰਡਾ ਆ ਗਿਆ, ਇਸ ਨੂੰ ਕੀ ਨਹੀਂ ਮੰਨ ਸਕਦੇ, ਆਪਾਂ ਫਾਰਸੀ ਦਾ ਨਹੀਂ ਮੰਨ ਸਕਦੇ। ਢੱਡਾ ਲਾ ਲਓ, ਕੋਈ ਵੀ ਸ਼ਬਦ ਲਾ ਲਓ। ਕਹਿਣ ਦਾ ਮਤਲਬ ਜਿੱਥੇ ਬਾਈ ਚਾਂਸ ਕੋਈ ਮੈਥੋਂ ਇੱਕ ਅੱਧਾ ਅੱਖਰ ਰਹਿ ਗਿਆ ਹੋਵੇ ਤਾਂ ਤੁਸੀਂ ਗੌਰ ਕਰ ਲਿਓ, ਉਸ ਦੇ ਲਈ ਮੈਂ ਤੁਹਾਨੂੰ ਆਪਣੀ ਗਲਤੀ ਸੁਧਾਰ ਲਾਂਗੇ, ਪਰ ਮੈਂ ਯਕੀਨਨ ਕਹਿ ਸਕਦਾ ਇਹ ਬਿਲਕੁਲ ਸਹੀ ਹੈ। ਢੱਡਾ ਹੋ ਗਿਆ, ਧੱਦਾ ਹੋ ਗਿਆ, ਇਹ ਸ਼ਬਦ ਜਿਹੜੇ ਵੀ ਇਹ ਅੱਖਰ ਹੋ ਗਏ, ਆਹ ਜਿਹੜੇ ਆਪਣੇ ਚਾਰਟ ਦੇ ਵਿੱਚ ਆ ਗਏ, ਕਿਸੇ ਸ਼ਬਦ ਦੇ ਵਿੱਚ ਆ ਗਏ, ਉਹ ਜਿਹੜਾ ਸ਼ਬਦ ਕੀ ਹੈ ਤਤ ਸਮਰੂਪ ਦੇ ਵਿੱਚ ਕੀ ਨਹੀਂ ਹੋਊਗਾ, ਫਾਰਸੀ ਅਰਬੀ ਦਾ ਸ਼ਬਦ ਨਹੀਂ ਹੋਊਗਾ। ਆਈ ਸਮਝ ਬਈ। ਤੇ ਕਿਉਂਕਿ ਮੈਂ ਤੁਹਾਨੂੰ ਦੱਸਦਾ ਛੀ ਹਰਫੀ ਆ, ਉਹ 30 ਹੀ ਅੱਖਰ ਨੇ। 30 ਅੱਖਰ ਦੇ ਤੁਹਾਨੂੰ ਦੱਸ ਦਿੱਤਾ ਸੀ। ਜੱਜੇ ਉਹਦੇ ਵਿੱਚ ਵੈਸੇ 5 ਨੇ, ਜਿਹੜੇ ਸੀਗੇ ਕੱਕੇ ਵੀ 2 ਨੇ, ਤੱਤੇ ਵੀ 2 ਨੇ, ਸੱਸੇ ਵੀ ਜਿਹੜੇ ਹੈਗੇ ਉਹ 2 ਨੇ। ਜੇ ਸੱਸੇ ਪੈਰ ਬਿੰਦੀ ਲਾ ਲਈਏ ਤਾਂ ਉਹ 3 ਬਣ ਜਾਂਦੇ ਆ। ਤੇ ਇਸੇ ਤਰ੍ਹਾਂ ਉਸਦੇ ਆਪਦੇ ਹੀ ਪਹਿਲਾਂ ਹੀ ਜਿਹੜੇ 30 ਅੱਖਰ ਪੂਰੇ ਹੋ ਜਾਂਦੇ ਆ। 30 ਅੱਖਰ ਹੈ ਹੀ ਨਹੀਂ, ਸ਼ਬਦ ਹੀ ਉਹਨਾਂ ਵਿੱਚ ਧੁਨੀਆਂ ਹੀ ਹੈ ਨਹੀਂ ਗੀਆਂ। ਇਹ ਆਈ ਸਮਝ ਬਈ। ਹੁਣ ਜਿਹੜੀ ਅਗਲੀ ਜਿਹੜੀ ਤੁਹਾਨੂੰ ਇੱਕ ਹੋਰ ਰੌਚਕ ਗੱਲ ਦੱਸਣ ਜਾ ਰਿਹਾ ਗਾ, ਉਹ ਇਹ ਆ ਕਿ ਜਿਹੜੀ ਫਾਰਸੀ ਦੀਆਂ ਜਿਹੜੀਆਂ ਧੁਨੀਆਂ ਨੇ ਨਾ, ਉਹ ਬਹੁਤ ਥਾਵਾਂ ਦੇ ਉੱਤੇ ਕੀ ਆ, ਉਹ 2 ਵਾਰ 2 ਕੱਕਿਆਂ ਦਾ ਪ੍ਰਯੋਗ ਹੁੰਦਾ, ਇੱਕ ਕੁਆਫ ਅਤੇ ਇੱਕ ਕਾਫ। ਆਈ ਸਮਝ ਬਈ। ਤੇ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਆਪਣੇ ਫਾਰਸੀ ਦੇ ਖੋਜਕਰਤਾ ਨੇ ਜਾਂ ਉਸ ਦੇ ਜਿਹੜੇ ਮੁਖੀ ਨੇ, ਉਹ ਇਸ ਗੱਲ ਦੀ ਮੰਗ ਰੱਖਦੇ ਆ ਕਿ ਜਿਹੜਾ ਤੁਹਾਡਾ ਕੱਲਾ ਕੱਕਾ ਗਾ ਨਾ, ਇਹ ਸਾਡਾ ਜਿਹੜਾ ਕੁਆਫ ਅੱਖਰ ਆਗਾ, ਇਹ ਇਸ ਦੀ ਪ੍ਰਤੀਨਿਧਤਾ ਕਰਨ ਦੇ ਯੋਗ ਨਹੀਂ ਗਾ। ਇਹ ਅਸੀਂ ਕੁਦਰਤ ਲਿਖਦੇ ਹਾਂ, ਇਹ ਕੁਦਰਤ ਸਿੱਧੇ ਕੱਕੇ ਨਾਲ ਨਹੀਂ ਲਿਖੀ ਜਾ ਸਕਦੀ। ਉਹ ਕਹਿੰਦੇ ਤੁਸੀਂ ਕੋਸ਼ ਲਓਗੇ, ਪ੍ਰਿੰਸੀਪਲ ਤੇਜਾ ਸਿੰਘ ਦਾ ਮੇਰੇ ਖਿਆਲ ਦੇ ਵਿੱਚ ਕੋਸ਼ ਆ, ਉਹਦੇ ਵਿੱਚ ਇਹਨਾਂ ਦੇ ਉੱਤੇ ਧਿਆਨ ਦਿੱਤਾ ਕਿ ਉੱਥੇ ਕੱਕੇ ਪੈਰ ਬਿੰਦੀ ਵੀ ਲਾਈ ਗਈ ਆ। ਤੁਸੀਂ ਕਦੇ ਕੁਰਾਨ ਖਰੀਦਿਓ, ਹਿੰਦੀ 'ਚ ਕੁਰਾਨ ਲਿਓ, ਉਹਦੇ ਵੀ ਕੱਕੇ ਤੇ ਬਿੰਦੀ ਲਾਈ ਹੋਊਗੀ ਤੇ ਉਸਦੇ ਵੀ ਕੱਕੇ ਤੇ ਬਿੰਦੀ ਲਾਈ ਹੋਊਗੀ। ਆਪਾਂ ਜਾਣਦੇ ਹਾਂ ਕੱਕਾ ਕੀ ਆ, ਕੰਠੀ ਹੈ। ਉਸ ਤੋਂ ਕੱਲ ਆਪਾਂ ਜਿਹੜਾ ਸੀ ਇਸ ਨੂੰ ਕਰਕੇ ਆਏ ਸੀਗੇ, ਕੀ ਹੈਗਾ ਬਈ, ਇਹ ਆਹ ਸੀਗਾ ਅਘੋਸ਼, ਜਿਹੜਾ ਸੀਗਾ ਅਲਪ ਪ੍ਰਾਣ ਆ ਗਈ। ਤੇ ਇਸ ਦਾ ਉਚਾਰਨ ਕਿੱਥੋਂ ਆ, ਆਪਣੇ ਜਿਹੜੀ ਜੀਭ ਦੇ ਅਗਲੇ ਪਾਸੇ ਤੋਂ ਆਗਾ। ਅਸੰਘਰਸ਼ੀ ਹੈ। ਤੁਹਾਨੂੰ ਇਹ ਗੱਲ ਵੀ ਦੱਸੀ ਸੀਗੇ, ਜਿਹੜੇ ਜ਼ਿਆਦਾਤਰ ਜਿਹੜੇ ਪੰਜਾਬੀ ਦੇ ਵਿਦਵਾਨ ਨੇ ਇਸ ਗੱਲ ਨਾਲ ਸਹਿਮਤ ਨੇ, ਜਿਹੜੇ ਪੈਰ 'ਚ ਬਿੰਦੀ ਵਾਲੇ ਫਾਰਸੀ ਦੀਆਂ ਧੁਨੀਆਂ ਉਹ ਸੰਘਰਸ਼ੀ ਧੁਨੀਆਂ ਨੇ। ਤੇ ਜਦੋਂ ਕੁਰਾਨ ਕਹਾਂਗੇ, ਇਹ ਵੀ ਸੰਘਰਸ਼ੀ ਜਾਂ ਜੀਭ ਦੇ ਅੰਦਰ ਆ ਕੇ ਇਸ ਦਾ ਕੀ ਹੁੰਦਾ, ਉਚਾਰਨ ਹੁੰਦਾ ਹੈਗਾ। ਆਈ ਸਮਝ। ਇਸ ਕਰਕੇ ਜਿਹੜਾ ਸਿੱਧਾ ਕੱਕੇ ਦੀ ਧੁਨੀ ਆ, ਉਹ ਤਾਂ ਬਈ ਸਾਡੀ ਇਸ ਗੱਲ ਦੀ ਉੱਥੇ ਹੀ ਨਹੀਂ, ਤਾਂ ਸਾਡੇ ਅੱਗੋਂ ਹੀ ਬੜੇ ਆਸਾਨੀ ਨਾਲ ਆਪਾਂ ਜਿਵੇਂ ਪੰਜਾਬੀ 'ਚ ਕਰਦੇ ਹਾਂ ਉਸ ਦਾ ਉਚਾਰਨ ਹੋ ਜਾਂਦਾ। ਉਵੇਂ ਬਈ ਜਿਹੜੀਆਂ ਆਹ 3 ਧੁਨੀਆਂ, ਇਹ ਵੀ ਬਿੰਦੀ ਨਾਲ ਹੁੰਦੀਆਂ, ਆ ਵੀ ਬਿੰਦੀ ਨਾਲ। ਆਪਾਂ ਕਹਿੰਦੇ ਆਂਗੇ ਈਸਾਈ, ਇਹਦੇ ਵਿੱਚ ਤਾਂ ਬਹੁਤ ਵੱਡਾ ਉਹ ਆਗਾ। ਈਸਾਈ ਲਿਖਦੇ ਆਂਗੇ ਆਪਾਂ ਤਾਂ ਸਿੱਧਾ ਇਹ ਮੰਨ ਲਏ ਵੀ ਇਹ ਤਾਂ ਜਿਹੜੇ ਆਪਣੇ ਕੀ ਹੈ, ਸਵਰ ਨੇਗੇ। ਪਰ ਮੇਰੀ ਉਹਨਾਂ ਨਾਲ ਨਿੱਜੀ ਰੂਪ ਦੇ ਵਿੱਚ ਇਹ ਗੱਲ ਹੋਈ ਸੀਗੀ, ਤੇ ਉਹਨਾਂ ਨੇ ਮੇਰੇ ਸਾਹਮਣੇ ਆਪਣਾ ਜਿਹੜਾ ਸੀ ਇਹ ਸਵਾਲ ਵੀ ਜਿਹੜਾ ਰੱਖਿਆ ਸੀਗਾ, ਤੇ ਆਪਣਾ ਗਿਲਾ ਵੀ ਕੀਤਾ ਸੀਗਾ। ਤੁਸੀਂ ਘੱਟ ਤੋਂ ਘੱਟ ਜਿਹੜੀਆਂ ਇਹ ਚੀਜ਼ਾਂ ਲਿਖਦੇ ਉਹਨਾਂ ਵਿੱਚ ਇਹਨਾਂ ਦਾ ਕਰੋ ਤਾਂ ਸੌਖਾ ਹੋ ਜੇ, ਤੇ ਭਾਸ਼ਾ ਦਾ ਜਿਹੜਾ ਸੀਗਾ, ਦੂਸਰੀ ਭਾਸ਼ਾ ਦਾ ਗਿਆਨ ਜਾਂ ਤੁਲਾਤਮਿਕ ਜਿਹੜਾ ਅਧਿਐਨ ਆ ਬਹੁਤ ਸੌਖਾ ਹੋ ਸਕਦਾ ਗਾ। ਤੇ ਇਹ ਗੱਲ ਆਪਾਂ ਤਾਂ ਕਰ ਰਹੇ, ਹੋ ਸਕਦਾ ਵੀ ਆਪਣੇ ਵਿਸ਼ੇ ਤੋਂ ਜ਼ਿਆਦਾ ਅੱਗੇ ਜਾ ਵੜੀ ਹੋਵੇ ਤੇ ਇੱਥੇ ਅੱਗੇ ਵੀ ਜਾਣ ਵਾਲੇ ਹੋਣਗੇ। ਈਸਾਈ ਲਿਖਦੇ ਆ,
ਇਹ ਸਿੱਧੀ ਜਿਹੜਾ ਸੀਗਾ ਵੈਸੇ ਈੜੀ ਆਪਣੀ ਸਵਾਰਾ ਉਹਨਾਂ ਦੀ ਜਿਹੜੀ ਅਲਫ ਆ ਗਈ ਉਹ ਸਵਾਰਾ ਉਹ ਅਲਫ ਨਾਲ ਨਹੀਂ ਲਿਖਦੇ, ਉਹ ਐਨ ਨਾਲ ਲਿਖਦੇ ਨੇ। ਆਈ ਸਮਝ ਬਈ? ਉਵੇਂ ਹੀ ਜਿਹੜਾ ਆਪਣਾ ਜਿਹੜਾ ਤੱਤਾ ਹੈਗਾ ਉਹ ਤਾਕਤ ਲਿਖਦੇ ਨੇ, ਉਹ ਤਾਕਤ ਆਪਣੇ ਸਿੱਧੇ ਤੱਤੇ ਨਾਲ ਦੇ ਲੋਕ ਨੇ, ਉਹਦੇ 'ਚ ਵੀ ਬਿੰਦੀ ਲਾਉਣੀ ਪੈਂਦੀ ਹੈ। ਆਪਾਂ ਕੀ ਲਿਖਦੇ ਆਂਗੇ? ਗੈਰਤ ਵਾਲਾ ਤਾਂ ਤੁਹਾਨੂੰ ਜਿਹੜਾ ਦੱਸ ਹੀ ਦਿੱਤਾ। ਜੱਜੇ ਜਿਹੜੇ ਸੱਸੇ ਆ ਗਏ ਉਹ ਆਪਣੇ ਉਹ ਪਹਿਲਾਂ ਹੀ ਤੋਂ ਉਹ ਵੀ ਉਹਨਾਂ ਦੇ ਅੱਗੋਂ 3 ਆ। ਪਰ ਘੱਟ ਤੋਂ ਘੱਟ ਜੇਕਰ ਤੁਸੀਂ ਕਦੇ ਤੁਹਾਨੂੰ ਕੋਈ ਕੋਸ਼ ਖੋਲ੍ਹਣ ਦਾ ਮੌਕਾ ਮਿਲੇ ਜਾਂ ਬਾਈ ਚਾਂਸ ਜੇ ਕੁਦਰਤੀ ਇਹੋ ਜਿਹਾ ਸਵਾਲ ਵੀ ਆ ਜੇ ਤਾਂ ਇਹ ਗੱਲ ਬੜੀ ਗੌਰ ਕਰਨ ਵਾਲੀ ਜਿਹੜੀ ਗੱਲ ਆ ਗਈ। ਅਤੇ ਤੁਸੀਂ ਮੈਨੇ ਤੋਂ ਸਵਾਲ ਵੀ ਵੈਸੇ ਵੀ ਪੁੱਛ ਸਕਦੇ ਹੋ, ਜੇ ਅੱਗੇ ਜਾਣਨਾ ਚਾਹੋ, ਜੇ ਇੱਛੁਕ ਹੋਵੋ ਤਾਂ ਜ਼ਰੂਰ ਮੈਂ ਤੁਹਾਡੇ ਇਸ ਦੇ ਉੱਤੇ ਤੁਹਾਡੀ ਮਦਦ ਕਰੂੰਗਾ। ਹੁਣ ਤੱਕ ਕੀ ਆਪਾਂ ਜਾਣਿਆ ਸੀਗਾ ਬਈ ਆਪਣੇ ਸਵਰ ਅੱਖਰ ਕਿਹੜੇ ਨੇ ਬਈ? 3 ਨੇ, ਊੜਾ, ਆੜਾ ਤੇ ਈੜੀ। ਤੇ ਅਰਧ ਸਵਰ ਕਿੰਨੇ ਨੇ? ਯਈਆ ਤੇ ਵਾਵਾ। ਇਹ ਕਿਉਂਕਿ ਆਪਾਂ ਆਹ ਸੀਗਾ ਗੁਰਮੁਖੀ ਵਰਨਮਾਲਾ ਦੇ ਜਿਹੜਾ ਸੀ ਦੀਆਂ ਧੁਨੀਆਂ ਦਾ ਹੀ ਅਧਿਐਨ ਕਰ ਰਹੇ ਹਾਂ, ਅਤੇ ਜਿਹੜੀਆਂ ਖੰਡੀ ਧੁਨੀਆਂ ਦੇ ਵਿੱਚੋਂ ਆ ਇਹ ਉਸ ਦੇ ਜਿਹੜੇ ਅਗਲੇ ਜਿਹੜੇ ਪੜਾਅ ਉਹਨਾਂ ਵਾਸਤੇ ਇੱਕ ਸਪੈਸ਼ਲ ਖਾਸ ਰੂਪ ਦੇ ਵਿੱਚ ਸਾਨੂੰ ਲੈਕਚਰ ਲਾਉਣਾ ਪਊ। ਇਹ ਕੀ ਅਰਧ ਸਵਰ ਨੇ। ਅਰਧ ਸਵਰ ਕਿਉਂ ਨੇ ਬਈ? ਕਿਉਂਕਿ ਇਹਨਾਂ ਦਾ ਜਿਹੜਾ ਪ੍ਰਯੋਗ ਆ ਉਹ ਕਈ ਵਾਰੀ ਪੂਰੇ ਸਵਰਾਂ ਦੀ ਥਾਂ 'ਤੇ ਹੁੰਦਾ ਹੈ ਜਾਂ ਹੋ ਸਕਦਾ ਹੈ। ਆਈ ਸਮਝ ਬਈ? ਯਈਆ ਕਿਵੇਂ ਬਈ? ਆਪਾਂ ਲਿਖਦੇ ਆਂਗੇ ਜਿਵੇਂ ਕਿ ਕੋਈ ਸ਼ਬਦ ਲਾ ਲਓ ਜ਼ੀਆ, ਕਿਸੇ ਦਾ ਨਾਂ ਹੁੰਦਾ, ਆਮ ਹੀ ਨਾਂ ਹੁੰਦਾ। ਤੁਸੀਂ ਚੈੱਕ ਕਰੋਗੇ ਜਿਹੜਾ ਜ਼ੀਆ ਇਹ ਆੜੇ ਨਾਲ ਵੀ ਲਿਖਿਆ ਜਾ ਸਕਦਾ ਅਤੇ ਯਈਏ ਨਾਲ ਵੀ ਲਿਖਿਆ ਜਾ ਸਕਦਾ। ਆਪਾਂ ਲਿਖਦੇ ਹਾਂ ਸੁਵਾਮੀ। ਆਈ ਸਮਝ ਬਈ? ਸੁਵਾਮੀ, ਇਸ ਨੂੰ ਅਸੀਂ ਸੁਆਮੀ ਵੀ ਲਿਖ ਸਕਦੇ ਹਾਂ, ਤਾਂ ਵੀ ਉਹੀ ਗੱਲ ਹੈ। ਆਪਾਂ ਲਿਖਦੇ ਆਂਗੇ ਕਿ ਦਰਿਆ ਲਿਖਦੇ ਹਾਂ, ਤੁਸੀਂ ਮਹਾਨ ਕੋਸ਼ ਖੋਲ੍ਹ ਕੇ ਦੇਖਿਓ, ਉਹਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਕੀ ਆ ਬਈ? ਪਿੱਛੇ ਜਿਵੇਂ ਦਰਿਆ, ਇਸੇ ਤਰ੍ਹਾਂ ਲਿਖਿਆ ਮਿਲੂ। ਯਈਏ ਦਾ ਪ੍ਰਯੋਗ ਉੱਥੇ ਪਿੱਛੋਂ ਕੀ ਹੈ? ਆੜੇ ਕੰਨੇ ਦੀ ਥਾਂ ਦੇ ਉੱਤੇ ਬਹੁਤ ਜ਼ਿਆਦਾ ਹੋਇਆ ਹੈਗਾ। ਆਪਾਂ ਗਿਆਨੀ ਲਿਖਦੇ ਹਾਂ, ਇਸ ਦਾ ਵੀ ਬਹੁਤ ਵਾਰੀ ਪ੍ਰਯੋਗ ਹੋਇਆ ਹੋਇਆ। ਇਸ ਵਜ੍ਹਾ ਕਰਕੇ ਇਹਨਾਂ ਨੂੰ ਅਰਧ ਸਵਰ ਕਿਹਾ ਜਾਂਦਾ ਹੈਗਾ, ਕਿਉਂਕਿ ਇਹ ਕੀ ਹੋ ਜਾਂਦੇ ਆ ਬਹੁਤ ਵਾਰੀ ਪੂਰੇ ਜਿਹੜੇ ਸਵਰ ਨੇ, ਅੱਖਰ ਨੇ, ਉਹਨਾਂ ਦੀ ਜਗ੍ਹਾ ਦੇ ਉੱਤੇ ਇਹ ਆਪਦਾ ਕੀ ਆ ਸਥਾਨ ਲੈ ਲੈਂਦੇ ਆਗੇ। ਉਮੀਦ ਕਰਦਾ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ। ਹੁਣ ਆਪਾਂ ਗੱਲ ਕਰ ਰਹੇ ਸੀ, ਤੁਹਾਨੂੰ ਦੱਸਿਆ ਸੀਗਾ ਸ਼ੁਰੂ ਦੇ ਵਿੱਚ ਪਹਿਲਾਂ ਵਾਲੇ ਲੈਕਚਰ ਦੇ ਵਿੱਚ, ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਤੁਹਾਡੇ ਤੋਂ ਪ੍ਰਸ਼ਨ ਪੁੱਛਿਆ ਜਾ ਰਿਹਾ ਸਵਰ ਧੁਨੀਆਂ ਕਿੰਨੀਆਂ ਨੇ ਤੇ ਸਵਰ ਅੱਖਰ ਕਿੰਨੇ ਨੇ, ਦੋਵਾਂ ਵਿੱਚ ਅੰਤਰ ਆ। ਸਵਰ ਅੱਖਰ ਕੇਵਲ 3 ਹਨ ਤੇ ਸਵਰ ਜਿਹੜੀਆਂ ਧੁਨੀਆਂ ਨੇ ਉਹ 10 ਹਨ। ਆਈ ਸਮਝੀ? 10 ਕਿਹੜੀਆਂ ਨੇ? ਆੜਾ ਮੁਕਤਾ, ਈੜੀ ਸਿਹਾਰੀ, ਈੜੀ ਬਿਹਾਰੀ, ਊੜੇ ਔਂਕੜ, ਊੜੇ ਦੁਲੈਂਕੜ, ਊ ਆ ਈ, ਈੜੀ ਲਾਵਾਂ, ਈੜੀ ਬਿਹਾਰੀ, ਊੜੇ ਹੋੜੇ ਦੀ ਜਿਹੜੀ ਧੁਨੀ ਆ, ਊੜੇ ਦਾ ਮੂੰਹ ਖੁੱਲ੍ਹਾ ਕਰਕੇ 1 2 3 4 5 6 7 8, ਇੱਕ ਮਿਸ ਹੋ ਗਈ। ਈੜੀ ਸਿਹਾਰੀ, ਊੜੇ ਔਂਕੜ, ਊੜੇ ਦੁਲੈਂਕੜ, ਆੜੇ ਕੰਨਾ ਇੱਥੇ ਰਹਿ ਗਈ ਸੀ, ਆੜੇ ਕਨੌੜਾ। ਇਹ ਪੰਜਾਬੀ ਦੀਆਂ 10 ਇਹ ਸਵਰ ਧੁਨੀਆਂ ਨੇ। ਇਹਨਾਂ ਵਿੱਚੋਂ 3 ਕੀ ਆ ਲਘੂ ਨੇ ਤੇ 3 ਦੀਰਘ ਨੇ। ਲਘੂ ਕਿਹੜੀਆਂ ਨੇ?
ਇਹ ਲਘੂ ਧੁਨੀਆਂ ਨੇ। ਬਾਕੀ ਜਦੋਂ ਆਪਾਂ ਇਸ ਆਹ ਲਿਖ ਲਓਗੇ ਸਾਰੇ ਦਾ ਸਾਰਾ, ਵੈਸੇ ਵੀ ਤੁਹਾਡੇ ਲਈ ਉਮੀਦ ਕਰਦਾ ਤੁਹਾਨੂੰ ਇਹ ਵੈਸੇ ਹੀ ਯਾਦ ਹੋਣੀ ਹੈ। ਜੇ ਯਾਦ ਨਹੀਂ ਤਾਂ ਇਹ ਯਾਦ ਜ਼ਰੂਰ ਕਰਿਓ, ਤਰਤੀਬ ਅਨੁਸਾਰ ਹੀ ਯਾਦ ਕਰਿਓ, ਕਿਉਂਕਿ ਇਹਨਾਂ ਦੀ ਹੋਰ ਉਪਯੋਗਤਾ ਕੀ ਹੈ, ਇਸੇ ਤਰਤੀਬ ਦੇ ਅਨੁਸਾਰ ਹੀ ਕੀ ਖੁੱਲ੍ਹਦਾ ਗਾ, ਸਾਡਾ ਸ਼ਬਦਕੋਸ਼ ਖੁੱਲ੍ਹਦਾ। ਆੜਾ ਮੁਕਤਾ, ਆੜੇ ਕੰਨਾ, ਈੜੀ ਸਿਹਾਰੀ, ਈੜੀ ਬਿਹਾਰੀ, ਊੜੇ ਔਂਕੜ, ਊੜੇ ਦੁਲੈਂਕੜ, ਈੜੀ ਲਾਵਾਂ, ਈੜੀ ਬਿਹਾਰੀ, ਊੜੇ ਦਾ ਮੂੰਹ ਖੁੱਲ੍ਹਾ, ਊੜੇ ਜਿਹੜੀ ਹੋੜੇ ਦੀ ਪ੍ਰਤੀਨਿਧਤਾ ਕਰਦਾ, ਤੇ ਆੜੇ ਨੂੰ ਕਨੌੜਾ। ਇਸ ਤੋਂ ਬਾਅਦ ਇੱਕ ਵਾਰੀ ਆਪਾਂ ਇਹਨਾਂ ਨੂੰ ਸਵਰ ਜਿਹੜੀਆਂ ਸੀਗੀਆਂ ਧੁਨੀਆਂ ਵਜੋਂ, ਬਾਕੀ ਦੀਆਂ ਜਿਹੜੀਆਂ 7 ਰਹਿ ਗਈਆਂ ਉਹ ਕੀ ਆ, ਦੀਰਘ ਨੇ। ਬਾਕੀ ਦੀਆਂ 7 ਜਿਹੜੀਆਂ ਲਘੂ ਧੁਨੀਆਂ ਤੋਂ ਭਾਵ ਕੀ ਆ, ਜਿਨ੍ਹਾਂ ਦੇ ਉਚਾਰਨ ਵੇਲੇ ਜਿਹੜਾ ਸੀ ਸਾਡਾ ਜਿਹੜਾ ਸਮਾਂ ਘੱਟ ਲੱਗਦਾ ਗਾ। ਤੇ ਦੀਰਘ ਉਹ ਨੇ ਜਿਨ੍ਹਾਂ ਦੇ ਸਮੇਂ ਸਾਡਾ ਜਿਹੜਾ ਸਮਾਂ ਜਿਹੜਾ ਸੀ ਲਘੂ ਧੁਨੀਆਂ ਤੋਂ ਜਾਂ ਦੁੱਗਣਾ ਲੱਗਿਆ ਜਾਂ ਜ਼ਿਆਦਾ ਲੱਗਿਆ। ਉਦਾਹਰਨ ਦੇ ਤੌਰ ਦੇ ਉੱਤੇ ਅਸੀਂ ਲਿਖਦੇ ਆਂਗੇ ਰੁੱਸ, ਆਈ ਸਮਝ ਬਈ, ਰੁੱਸ, ਰੁੱਸ ਨਹੀਂ ਰੁੱਸ। ਆਪਾਂ ਇਸ ਦੀ ਬਜਾਏ ਲਿਖਿਆ ਰੂਸ, ਇੱਥੇ ਆ ਕੇ ਸਾਡਾ ਜਿਹੜਾ ਸਮਾਂ ਸੀ ਉਹ ਦੁੱਗਣਾ ਹੋ ਗਿਆ। ਆਪਾਂ ਲਿਖਦੇ ਹਾਂ ਇਸ, ਆਪਾਂ ਲਿਖਿਆ ਈਸ, ਇਹਦੇ ਨਾਲੋਂ ਕੀ ਕੁਦਰਤੀ ਗੱਲ ਆ, ਦੁੱਗਣਾ ਲੱਗਿਆ। ਆਈ ਸਮਝ। ਆੜਾ ਜਿਹੜਾ ਮੁਕਤਾ ਗਾ ਉਹ, ਹੁਣ ਮੁਕਤਾ ਕਈ ਆਪਣਾ ਸੀਗਾ, ਪਤਾ ਨਹੀਂ ਵੀ ਊੜਾ ਮੁਕਤ ਜਿਹੜਾ ਸੀ, ਆੜਾ ਜਿਹੜਾ ਮੁਕਤਾ ਗਾ ਜਾਂ ਜਿਹੜੀ ਮੁਕਤਾ ਧੁਨੀ ਹੈ ਇਹ ਕਿੱਥੇ ਕੰਮ ਕਰਦੀ ਹੈ। ਇਹ ਗੱਲ ਤੁਸੀਂ ਸੁਣੀ ਹੋਣੀ ਆ ਕਿ ਜਿਹੜੇ ਸੀ ਸਵਰ ਆਪਣਾ ਵਿਅੰਜਨ ਧੁਨੀਆਂ ਦਾ ਜਿਹੜਾ ਉਚਾਰਨ ਆ ਉਹ ਕਿਹਦੇ ਦੁਆਰਾ ਹੁੰਦਾ, ਸਵਰਾਂ ਦੇ ਦੁਆਰਾ ਦੀ ਸਹਾਇਤਾ ਦੇ ਨਾਲ ਹੁੰਦਾ। ਜਾਂ ਜਦੋਂ ਅਸੀਂ ਸ਼ਬਦ ਲਿਖਦੇ ਹਾਂ ਕੋਈ, ਜਿਹਨੂੰ ਕੋਈ ਜਿੱਥੇ ਕੋਈ ਲਗ ਜਿਹੜੀ ਮਾਤਰਾ ਨਹੀਂ ਲੱਗੀ ਹੁੰਦੀ, ਕਿਉਂਕਿ ਜਿਹੜੀਆਂ ਆਹ ਜਿਹੜੀਆਂ ਸਾਡੀਆਂ ਸਵਰ ਧੁਨੀਆਂ ਇਹ ਲਗਾਂ ਦੀ ਵੀ ਪ੍ਰਤੀਨਿਧਤਾ ਕਰਦੇ ਨੇ। ਜਿਹੜੀ ਈੜੀ ਬਿਹਾਰੀ ਦੀ ਜਿਹੜੀ ਧੁਨੀ ਆ ਉਹ ਬਿਹਾਰੀ ਦੀ ਪ੍ਰਤੀਨਿਧਤਾ ਕਰਦੀ ਹੈ, ਪਰ ਆਵਾਜ਼ ਪੂਰੀ ਰੂਪ ਈੜੀ ਬਿਹਾਰੀ ਦੀ ਦੇ ਰਹੀ ਹੁੰਦੀ ਹੈ। ਆਈ ਸਮਝ ਬਈ। ਅਸੀਂ ਲਿਖਿਆ ਘਰ, ਇਹ ਜਿਹੜਾ ਘਰ ਆ ਨਾ ਇਹ ਇਸ ਦੇ ਉੱਤੇ ਕੀ ਹੈ, ਆੜਾ ਮੁਕਤੇ ਦੀ ਧੁਨੀ ਵਿੱਚ ਕਾਰਜਸ਼ੀਲ ਹੈ। ਘਰ, ਘਰ, ਕਰ। ਆਈ ਸਮਝ ਬਈ। ਜਿਹੜੇ ਆੜੇ ਜਿਹੜੇ ਆਪਾਂ ਆੜਾ ਜਿਹਨੂੰ ਕਹਿੰਦੇ ਆੜਾ ਮੁਕਤਾ ਦੀ ਜਿਹੜੀ ਧੁਨੀ ਕੀ ਹੈ, ਇਹ ਸੀ ਜਿਹੜਾ ਸੀ ਆਪਣਾ ਇਹਨਾਂ ਦਾ ਲਘੂ ਤੇ ਜਿਹੜੀਆਂ ਸੀਗੀਆਂ ਦੀਰਘ ਧੁਨੀਆਂ। ਹੁਣ ਇੱਕ ਵਾਰੀ ਆਹ ਜਿਹੜੀ ਸਾਰੇ ਦਾ ਸਾਰਾ ਇਹਦੇ ਨਾਲ ਹੀ ਮਿਲਦੀ ਜਿਹੜੀ ਜੇ ਗੱਲ ਆ ਉਸ ਨੂੰ ਇੱਕ ਵਾਰੀ ਪਾਸੇ ਰੱਖ ਦਿਓ। ਇਹ ਥੋੜਾ ਜਿਹਾ ਆਪਣਾ ਇਸ ਟੌਪਿਕ ਤੋਂ ਹਲਕਾ ਜਿਹਾ ਹਟਵਾਂ ਜਿਹੜਾ ਪ੍ਰਸ਼ਨ ਆ ਇਹ, ਕਿਉਂਕਿ ਇਹ ਪ੍ਰਸ਼ਨ ਵੀ ਆ ਹੀ ਜਾਂਦਾ ਹੈ ਹੀ ਸਾਡੇ ਜਿਹੜਾ ਸੀ ਸਿਲੇਬਸ ਦਾ ਜਿਹੜਾ ਪ੍ਰਸ਼ਨ ਆਗਾ ਇਹ। ਉਹ ਹੈ ਆੜੇ ਟਿੱਪੀ, ਆੜੇ ਕੰਨਾ ਉੱਤੇ ਬਿੰਦੀ। ਇਹ ਜਿਹੜੀਆਂ ਦੋ ਧੁਨੀਆਂ ਮਿਲਾ ਕੇ ਇਹ ਸਾਡੀ ਸ਼ਬਦਕੋਸ਼ ਨੂੰ, ਕੋਈ ਵੀ ਪੰਜਾਬੀ ਦਾ ਸ਼ਬਦਕੋਸ਼ ਖੋਲਾਂਗੇ ਇਸੇ ਤਰਤੀਬ ਦੇ ਅਨੁਸਾਰ ਸਾਡਾ ਸ਼ਬਦਕੋਸ਼ ਖੁੱਲੂਗਾ। ਜਿਵੇਂ ਕਿ ਉਦਾਹਰਨ ਦੇ ਰੂਪ ਦੇ ਵਿੱਚ ਕਹਿਣ ਦਾ ਮਤਲਬ, ਜੇ ਆਪਾਂ ਕੱਕੇ ਵਰਗ ਦੇ ਵਿੱਚੋਂ ਕੀ ਕਰਨੇ ਆਗੇ, ਕੋਈ ਸ਼ਬਦ ਦੀ ਪੰਜਾਬੀ ਦੇ ਸ਼ਬਦਕੋਸ਼ ਵਿੱਚੋਂ ਕੋਈ ਸ਼ਬਦ ਲੱਭਣਾ ਗਾ ਕੱਕੇ ਵਰਗ ਵਿੱਚੋਂ, ਮੰਨ ਲਿਆ ਜਾਵੇ ਕਿ ਕਰਿੰਦਾ ਲੱਭ ਲਈਏ, ਕਰਿੰਦਾ ਸ਼ਬਦ ਲਾ ਲਈਏ, ਕਰਨ ਵਾਲਾ, ਠੀਕ ਹੈ, ਕੋਈ ਜਿਹੜਾ ਆਪਾਂ ਹੈਲਪਰ ਕਹਿ ਸਕਦੇ ਹਾਂ। ਹੁਣ ਜਿਹੜਾ ਕੱਕਾ ਹੈਗਾ ਇਹ ਕਿਸ ਦੀ ਕਰ ਰਿਹਾ, ਕੱਕੇ ਮੁਕਤੇ ਦੀ ਧੁਨੀ ਕਰ ਰਿਹਾ। ਸਭ ਤੋਂ ਪਹਿਲਾਂ ਕੀ ਅਸੀਂ ਪਹਿਲਾਂ ਕਿਹੜੇ ਸ਼ਬਦ ਆਉਣਗੇ, ਕੱਕੇ ਮੁਕਤੇ ਵਾਲੇ ਆਉਣਗੇ। ਫਿਰ ਉਸ ਤੋਂ ਬਾਅਦ ਅਸੀਂ ਰਾਰਾ ਦੇਖਾਂਗੇ, ਫਿਰ ਜਿਹੜੀ ਸਿਹਾਰੀ ਦੇਖਾਂਗੇ। ਸਿਹਾਰੀ ਕਿੰਨਵੇਂ ਜਗ੍ਹਾ ਦੇ ਉੱਤੇ ਆਉਂਦੀ, ਤੀਜੀ ਜਗ੍ਹਾ ਤੇ ਆਉਂਦੀ ਹੈ। ਇਸੇ ਤਰ੍ਹਾਂ ਸਾਡੀ ਦੀ ਸਾਰੀ ਸ਼ਬਦਕੋਸ਼ ਜਿਹੜੀ ਖੁੱਲ੍ਹ ਜੂ। ਆਪਣਾ ਸ਼ਬਦਕੋਸ਼ ਕਿਵੇਂ ਖੁੱਲ੍ਹਣੀ ਉਹ ਫਿਲਹਾਲ ਆਪਣਾ ਇਹ ਜਿਹੜਾ ਇਹ ਟੌਪਿਕ ਹੈ ਨਹੀਂ, ਇਹ ਤਾਂ ਤੁਹਾਨੂੰ ਸਿੱਧਾ ਦੱਸ ਰਿਹਾ ਸੀ। ਇੱਕ ਤੁਹਾਨੂੰ ਹੋਰ ਬੜੀ ਜਿਹੜੀ ਰੌਚਕ ਆ,
ਆਮ ਰੂਪ ਦੇ ਵਿੱਚ ਜਿਹੜੀ ਇਹ ਆੜਾ ਮੁਕਤਾ, ਆੜੇ ਕੰਨਾ, ਈੜੀ ਸਿਹਾਰੀ, ਈੜੀ ਬਿਹਾਰੀ, ਊੜੇ ਔਂਕੜ ਊੜੇ, ਇਸੇ ਨੂੰ ਹੀ ਮੁਹਾਰਨੀ ਦੀ ਤਰਤੀਬ ਮੰਨਿਆ ਜਾਂਦਾ ਹੈਗਾ। ਪਰ ਜਿਹੜਾ ਮੈਂ ਆਪਣੇ ਨਿੱਜੀ ਜਿਹੜੇ ਸੀ ਤਜਰਬੇ ਦੇ ਆਧਾਰ ਤੇ ਤੁਹਾਨੂੰ ਦੱਸ ਰਿਹਾ, ਮੇਰਾ ਇੱਕ ਦੋ, ਤਾਂ ਕਿ ਤੁਸੀਂ ਧੋਖਾ ਨਾ ਖਾਓ, ਮੈਂ ਬਾਅਦ ਦੇ ਵਿੱਚ ਇਹ ਗੱਲ ਕਲੀਅਰ ਹੋ ਗਈ, ਜਿਹੜੇ ਪੰਜਾਬੀ ਦੇ ਹੋਰ ਵਿਦਵਾਨ ਸੱਜਣ ਨੇ ਉੱਚ ਦਰਜੇ ਦੇ, ਉਹਨਾਂ ਨਾਲ ਮੇਰੀ ਗੱਲ ਚੱਲ ਰਹੀ ਸੀ ਤੇ ਉਹ ਇਸ ਦੇ ਉੱਤੇ ਦੱਸਣਗੇ, ਕਿਉਂਕਿ ਮੈਂ ਕੋਈ ਕਿਤਾਬ ਖੋਲ ਰਿਹਾ ਸੀਗਾ UGC ਨੈਟ ਦੇ ਲਈ, ਉਹ ਪ੍ਰਚਲਿਤ ਆ, ਉਹਦੇ ਵਿੱਚ ਇਹ ਤਰਤੀਬ ਨਹੀਂ ਦੱਸੀ ਗਈ ਸੀ ਮੁਹਾਰਨੀ ਦੀ। ਪਰ ਆਪਾਂ ਜਦੋਂ ਗੂਗਲ ਤੇ ਸਰਚ ਮਾਰਦੇ ਹਾਂ ਜਾਂ ਕਿਤਾਬਾਂ ਦੇ ਵਿੱਚ, ਮੁਹਾਰਨੀ ਦੀ ਤਰਤੀਬ ਵੀ ਇਹ ਹੀ ਹੈ, ਦਿੱਤੀ ਹੋਈ ਹੈ। ਤੇ ਆਪਣਾ ਅਸੀਂ ਡਾਕਟਰ ਬ੍ਰਹਮ ਜਗਦੀਸ਼ ਸਿੰਘ ਦਾ, ਤੁਸੀਂ ਜਿਹੜੇ ਬਹੁਤ ਉੱਚ ਦਰਜੇ ਦੇ ਪੰਜਾਬੀ ਦੇ ਵਿਦਵਾਨ ਨੇ, ਉਹਨਾਂ ਨਾਲ ਵੀ ਗੱਲ ਕੀਤੀ ਸੀ। ਉਹ ਕਹਿੰਦੇ ਸੀ ਪੰਜਾਬ ਮੁਹਾਰਨੀ ਦੀ ਤਰਤੀਬ ਵੀ ਇਹ ਹੋਣੀ ਚਾਹੀਦੀ ਹੈ। ਪਰ ਮੇਰਾ ਜੋ ਡਾਊਟ ਸੀ ਉਹ ਮੈਂ ਤੁਹਾਨੂੰ ਦੱਸਤਾ, ਉਹ ਕਲੀਅਰ ਹੋ ਗਿਆ, ਮੰਨ ਲਿਓ। ਪਰ ਆਮ ਤੁਸੀਂ ਦੇਖੋ, ਇਹ ਮੁਹਾਰਨੀ ਦੀ ਤਰਤੀਬ ਵੀ ਇਹ ਹੀ ਹੈ। ਜਿਵੇਂ ਕਿ ਆਪਾਂ ਅੱਗੇ ਸ਼ੁਰੂ ਕਰਾਂਗੇ, ਮੁਹਾਰਨੀ ਸ਼ੁਰੂ ਕਰਨੀ ਹੈ, ਆਹ ਜਿਹੜੀਆਂ 10 ਜਿਹੜੀਆਂ ਧੁਨੀਆਂ ਤੇ 2 ਆੜੇ ਟਿੱਪੀ, ਆੜੇ ਕੰਨਾਂ ਉੱਤੇ ਬਿੰਦੀ ਤਾਂ ਆਈ ਗਏ, ਸੱਸਾ ਲਿਖਣਾ। ਤੁਹਾਨੂੰ ਕੋਈ ਪ੍ਰਸ਼ਨ ਆ ਜਾਂਦਾ ਗਾ ਕਿ ਸੱਸੇ ਜਿਹੜਾ ਸੀਗਾ ਅੱਖਰ ਨੂੰ ਮੁਹਾਰਨੀ ਦੀ ਤਰਤੀਬ ਅਨੁਸਾਰ ਲਿਖੋ, ਤੁਹਾਨੂੰ ਆ 10 ਧੁਨੀਆਂ ਯਾਦ ਨੇ, ਤੁਸੀਂ ਜਿਹੜਾ ਸੀ ਆੜੇ ਮੁਕਤੇ ਦੇ ਥੱਲੇ ਸੱਸਾ ਮੁਕਤਾ ਲਿਖ ਦੋਗੇ, ਆੜੇ ਕੰਨੇ ਦੇ ਥੱਲੇ ਸੱਸਾ ਕੰਨਾ ਲਿਖ ਦੋਗੇ, ਈੜੀ ਕੰਨੇ ਦੇ ਥੱਲੇ ਸੱਸੇ ਸਿਹਾਰੀ ਲਿਖ ਦੋਗੇ, ਈੜੀ ਬਿਹਾਰੀ ਦੇ ਥੱਲੇ ਸੱਸੇ ਬਿਹਾਰੀ ਲਿਖ ਦੋਗੇ, ਊੜੇ ਔਂਕੜ ਦੇ ਥੱਲੇ ਕੀ ਲਿਖੋਗੇ, ਸੱਸੇ ਔਂਕੜ ਲਿਖ ਦੋਗੇ, ਊੜੇ ਦੁਲੈਂਕੜ ਦੇ ਥੱਲੇ ਸੱਸੇ ਦੁਲੈਂਕੜ ਲਿਖ ਦੋਗੇ, ਈੜੀ ਲਾਵਾਂ ਦੇ ਥੱਲੇ ਸੱਸੇ ਲਾਵਾਂ ਲਿਖ ਦੋਗੇ। ਸੌਰੀ ਬਈ, ਆਪਾਂ 10 ਬੋਲੇ ਸੀ, ਪਰ ਇਹਦੇ ਵਿੱਚੋਂ ਇੱਕ ਸ਼ਬਦ ਅੱਖਰ ਰਹਿ ਗਿਆ ਸੀ। ਈੜੀ ਲਾਵਾਂ ਦੇ ਥੱਲੇ ਆਪਣਾ, ਈੜੀ ਲਾਵਾਂ ਤੋਂ ਆੜੇ ਦੁਲਾਵਾਂ, ਆ ਈੜੀ ਬਿਹਾਰੀ ਨਹੀਂ ਸੀ, ਇੱਥੇ ਆੜੇ ਦੁਲਾਵਾਂ ਸੀ, ਸੱਸੇ ਦੁਲਾਵਾਂ ਲਿਖ ਦਾਂਗੇ। ਇਹ ਅਖੀਰ ਤਾਈਂ ਤੁਸੀਂ ਇਹ ਵੀਡੀਓ ਦੇਖਿਓ, ਇਹਦੇ ਵਿੱਚ ਥੋੜੀ ਜਿਹੀ ਮਿਸਟੇਕ ਹੋ ਗਈ ਸੀ, ਮੈਂ ਭੁਲੇਖੇ ਨਾਲ ਆਹ ਸੀ ਆੜੇ ਦੁਲਾਵਾਂ ਦੀ ਜਗ੍ਹਾ ਦੇ ਉੱਤੇ ਈੜੀ ਬਿਹਾਰੀ ਲਿਖਤੀ ਸੀ, ਇਹ ਚੈੱਕ ਕਰ ਲਿਓ। ਸੱਸੇ ਹੋੜਾ, ਊੜੇ ਜਿਹੜਾ ਸੀ ਊੜੇ ਮੂੰਹ ਦੇ ਖੁੱਲੇ ਥੱਲੇ, ਸੱਸੇ ਕਨੌੜਾ, ਸੱਸੇ ਟਿੱਪੀ, ਸੱਸੇ ਕੰਨਾ ਉੱਤੇ ਬਿੰਦੀ। ਬਾਕੀ ਦੇ ਸਾਰੇ ਅੱਖਰ ਵੀ ਅਸੀਂ ਇਸੇ ਤਰੀਕੇ ਨਾਲ ਲਿਖ ਸਕਦੇ ਹਾਂ। ਇੱਕ ਗੱਲ ਤੁਹਾਨੂੰ ਬੜੀ ਹੈਰਤ ਵਾਲੀ ਹੋਰ ਇਹਦੇ ਵਿੱਚ ਦੱਸਣ ਜਾ ਰਿਹਾ ਗਾ, ਉਹ ਕੀ ਆ ਬਈ, ਬੜੇ ਵਿਚਾਰੇ ਜਿਹੜੇ ਹੁੰਦੇ ਆ, ਇਹੋ ਜਿਹੇ ਹੁੰਦੇ ਆ, ਉਹ ਕਈ ਈੜੀ ਨੂੰ ਹੀ ਦੁਲਾਵਾਂ ਲਾ ਦਿੰਦੇ ਆ। ਕਦੇ ਵੀ ਹੁਣ ਤੁਸੀਂ ਇਹ ਗੱਲ ਆ, ਸਾਰੀਆਂ ਧੁਨੀਆਂ ਤੁਸੀਂ ਧਿਆਨ ਨਾਲ ਦੇਖ ਲਿਓ, ਜੇਕਰ ਪੰਜਾਬੀ ਦੇ ਜਿਹੜੇ 3 ਅੱਖਰ ਨੇ, ਊੜਾ, ਆੜਾ ਤੇ ਈੜੀ, ਜਿਹੜੀਆਂ ਮਾਤਰਾਵਾਂ ਇਸ 10 ਸਵਰ ਧੁਨੀਆਂ ਦੇ ਵਿੱਚ ਲੱਗੀਆਂ ਹੋਈਆਂ ਨੇ ਨਾ, ਉਵੇਂ ਹੀ ਉਹਨਾਂ ਦਾ ਪ੍ਰਯੋਗ ਹੋਊਗਾ। ਜੇਕਰ ਊੜੇ ਨੂੰ ਦੁਲੈਂਕੜ ਲੱਗੀ ਹੈ ਨਾ, ਤਾਂ ਈੜੀ ਤੇ ਇਹਨਾਂ ਦੋਵਾਂ ਨੂੰ ਕਦੇ ਵੀ ਦੁਲੈਂਕੜ ਦਾ ਪ੍ਰਯੋਗ ਨਹੀਂ ਹੁੰਦਾ। ਆੜੇ ਨੂੰ ਦੁਲਾਂ ਲੱਗੀ ਹੈ, ਇਹਨਾਂ ਦੋਵਾਂ ਦੇ ਨਾਲ ਕਦੇ ਵੀ ਦੁਲਾਂ ਦਾ ਪ੍ਰਯੋਗ ਨਹੀਂ ਹੋਊਗਾ। ਕਹਿਣ ਦਾ ਮਤਲਬ, ਜਿਹੜੀਆਂ ਲਗਾਂਗੀਆਂ ਸਵਰ ਧੁਨੀਆਂ ਦੇ ਵਿੱਚ ਅੱਖਰਾਂ ਨੂੰ, ਜਿਹੜੇ ਸਵਰ ਅੱਖਰਾਂ ਨੂੰ ਲੱਗ ਗਈਆਂ, ਉਹਨਾਂ ਦਾ ਪ੍ਰਯੋਗ ਵੀ ਉਹਨਾਂ ਉੱਤੇ ਹੀ ਹੋਊਗਾ। ਇਹ ਤੁਹਾਨੂੰ ਪਹਿਲਾਂ ਦੇਤੀ। ਈੜੀ ਨੂੰ ਕਦੇ ਦੁਲਾਂ ਨਹੀਂ ਲੱਗਦੀ, ਆੜੇ ਨੂੰ ਲਾਂ ਨਹੀਂ ਲੱਗਦੀ, ਆੜੇ ਤੇ ਈੜੀ ਨੂੰ ਕਦੇ ਔਂਕੜ ਨਹੀਂ ਲੱਗਦੀ, ਊੜੇ ਨੂੰ ਕਦੇ ਨਾ ਉਹ ਕਨੌੜਾ ਲੱਗਦਾ ਗਾ, ਨਾ ਬਿਹਾਰੀ ਲੱਗਦੀ ਹੈ, ਨਾ ਸਿਹਾਰੀ ਲੱਗਦੀ ਹੈ। ਇਹ ਸੀ ਜੀ ਆਪਣਾ ਅੱਜ ਦਾ ਜਿਹੜਾ ਟੌਪਿਕ ਸੀਗਾ, ਇਹ ਆਪਣਾ ਇੱਥੇ ਅੱਜ ਸਮਾਪਤ ਹੋ ਗਿਆ। ਅੱਗੇ ਜਿਹੜੀ ਸਵਰ ਧੁਨੀਆਂ ਦੇ ਜਾਂ ਜਿਹੜੇ ਸਵਰ ਜਿਹੜੇ ਗੁੱਛੇ ਨੇ ਜਾਂ ਹੋਰ ਜਿਹੜੀਆਂ ਇਹਦੇ ਬਾਬਤ ਗੱਲਾਂ ਨੇ, ਤੇ ਉਹ ਆਪਾਂ ਅਗਲੇ ਉਸ ਦੇ ਵਿੱਚ ਚੈਪਟਰ ਦੇ ਵਿੱਚ ਕਰਾਂਗੇ। ਕੋਈ ਮਿਸਟੇਕ ਆਪਣੀ ਹਲਕੀ ਜੀ ਰਹਿ ਗਈ ਸੀ, ਭੁਲੇਖੇ ਨਾਲ ਮੈਂ ਇੱਥੋਂ ਆਹ ਲਿਖਿਆ, ਮੈਂ ਗਲਤੀ ਆਪਾਂ ਦੂਰ ਕਰ ਲਈ। ਤੇ ਸ਼ੁਰੂ ਦੇ ਵਿੱਚ ਤੁਸੀਂ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਕਰਿਓ, ਤੇ ਹੋਰ ਕੋਈ ਰਹਿ ਗਈ ਹੋਵੇ ਤਾਂ ਇਸ ਦੇ ਖਿਮਾ ਦਾ ਜਾਚਕ। ਪਰ ਮੈਂ ਉਮੀਦ ਨਾਲ ਕਹਿ ਸਕਦਾ ਕਿ ਪੂਰਾ 100% ਹੀ ਆਪਣਾ ਇਹ ਅੱਜ ਦਾ ਜਿਹੜਾ ਲੈਕਚਰ ਆ ਇਹ ਸਹੀ ਆ। ਸ਼ੁਕਰੀਆ।